हेलो प्यारे बच्चों, वेलकम टू ऑल माय चैनल आई थिंक। और प्यारे बच्चों, पंजवीं क्लास के विद्यार्थी इस वीडियो तक जिन्हें भी पहुँचे ने उन्होंने तह दिल तो धन्यवाद ते स्वागत। तुहाडे माता पिता, तुहाडे वड्डे भैन भरा, होर भी तुहाडे जिहड़े दोस्त मित्र जुड़े ने इस वीडियो नूं देख रहे ने, उन्होंने सारिਆਂ ਦਾ बहुत बहुत स्वागत है। मेरे बहुत ही सत्कारयोग साथी अध्यापक साथी ਜਿਹੜੇ इस वीडियो ਨੂੰ देख के अपनी क्लासां तक पुजदा करते हैं, उन्हों का भी तह दिलों धन्यवाद ते स्वागत। ਕਰੋਨਾ ਵਾਇਰਸ ਤੇ ਚੱਲਦਿਆਂ ਬੇਟਾ ਸੇਫ ਤੇ ਸੁਰੱਖਿਅਤ ਰਹਿਣ ਦੇ ਉਪਾਅ ਹਰ ਵਾਰੀ ਮੈਂ ਦੱਸਦਾ ਹਾਂ ਕਿ ਬਾਰ-ਬਾਰ ਕੋਸ਼ਿਸ਼ ਕਰੋ, ਹੱਥਾਂ ਨੂੰ ਧੋਂਦੇ ਰਹੋ, ਮਾਸਕ ਦੀ ਵਰਤੋਂ ਨਾ ਛੱਡੋ। ਬਾਹਰ ਨਿਕਲਦੇ ਹੋ ਜਾਂ ਤੁਹਾਡੇ ਮਾਤਾ ਪਿਤਾ ਬਾਹਰ ਕੰਮ ਕਰਨ ਜਾਂਦੇ ਨੇ, ਮਾਸਕ ਲਗਾ ਕੇ ਹੀ ਭੇਜੋ। ਲਗਾਤਾਰ ਕੋਸਾ ਤੇ ਸਵੱਛ ਖਾਣਾ ਖਾਓ, ਕੋਸਾ ਪਾਣੀ ਪੀਓ। ਇਸ ਤੋਂ ਇਲਾਵਾ ਜਿਹੜਾ ਹੈ ਸੋਸ਼ਲ ਡਿਸਟੈਂਸ ਜਿਹੜੀ ਬਣਾ ਕੇ ਰੱਖੋ, ਚੰਗੀ ਖੁਰਾਕ ਲੈਂਦੇ ਰਹੋ। ਸੋ ਪਿਆਰੇ ਬੱਚਿਓ, ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਪਾਠ ਜਿਹੜਾ ਹੈ ਉਹ ਪੜ੍ਹ ਰਹੇ ਹਾਂ, ਚੰਗਾ ਖਾਈਏ, ਸਿਹਤ ਬਣਾਈਏ। ਵਾਤਾਵਰਨ ਸਿੱਖਿਆ ਮੇਰੀ ਦੁਨੀਆ ਤੁਹਾਡੇ ਸਾਹਮਣੇ। ਤੁਸੀਂ ਮੈਨੂੰ ਆਸ ਹੈ ਕਿ ਕਿਤਾਬ ਨੂੰ ਖੋਲ੍ਹ ਕੇ ਬੈਠੇ ਹੋਵੋਗੇ, ਕਿਉਂਕਿ ਜਦੋਂ ਤੁਸੀਂ ਥੰਬਨੇਲ ਦੇਖਿਆ ਹੈ, ਮਤਲਬ ਕਿ ਫੋਟੋ ਦੇਖੀ ਹੈ ਕਿ ਵਾਤਾਵਰਨ ਸਿੱਖਿਆ ਦੀ ਵੀਡੀਓ ਹੈ, ਤਾਂ ਤੁਸੀਂ ਕਿਤਾਬ ਜ਼ਰੂਰ ਕੱਢੀ ਹੋਏਗੀ, ਨਾਲ ਕਾਪੀ ਕੱਢੀ ਹੋਏਗੀ ਨੋਟ ਕਰਨ ਵਾਸਤੇ। ਸੋ ਪਿਆਰੇ ਬੱਚੋ, ਜਲਦੀ ਨਾਲ ਸ਼ੁਰੂ ਕਰਦੇ ਹਾਂ। ਮੈਂ ਤੁਹਾਨੂੰ ਕਿਰਿਆ ਕਰਵਾਈ ਸੀ, ਕਿਰਿਆ ਨੰਬਰ 2। ਪਹਿਲਾਂ ਕਿਰਿਆ ਨੰਬਰ 1 ਕਰਵਾਈ ਸੀ, ਫਿਰ ਕਿਰਿਆ ਨੰਬਰ 2 ਕਰਵਾਈ ਸੀ। ਕਿਰਿਆ ਨੰਬਰ 2 ਦੇ ਵਿੱਚ ਮੈਂ ਤੁਹਾਨੂੰ ਭੋਜਨ ਸੁਰੱਖਿਅਤ ਰੱਖਣ ਦੇ ਢੰਗ ਜਿਹੜੇ ਉਹ ਦੱਸੇ ਸੀ, ਕਿਹੜੇ ਢੰਗ ਨੇ ਉਹਦੇ ਬਾਰੇ ਗੱਲ ਹੋਈ ਸੀ। ਅਗਰ ਉਹ ਤੁਸੀਂ ਵੀਡੀਓ ਨਹੀਂ ਦੇਖਿਆ ਤਾਂ ਮੇਰੀ ਪਲੇਲਿਸਟ ਜਾ ਕੇ ਹੁਣੇ ਦੇਖੋ। ਉਹ ਵੀਡੀਓ ਦੇਖਣ ਤੋਂ ਬਾਅਦ ਫਿਰ ਇਹ ਵੀਡੀਓ ਦੇਖੋ, ਤੁਹਾਨੂੰ ਜ਼ਿਆਦਾ ਸਮਝ ਲੱਗੇਗੀ। ਠੀਕ ਹੈ। ਅਧਿਆਪਕ ਸਾਥੀ ਜਿਹੜੇ ਨੇ, ਪਲੀਜ਼ ਬੱਚਿਆਂ ਦੀ ਮਦਦ ਜ਼ਰੂਰ ਕਰੋ। ਜਦੋਂ ਵੀਡੀਓ ਨਹੀਂ ਮਿਲਦਾ ਤਾਂ ਉਹਨਾਂ ਨੂੰ ਦੱਸੋ ਕਿ ਪਲੇਲਿਸਟ ਜਾ ਕੇ ਕਿਸ ਤਰ੍ਹਾਂ ਵੀਡੀਓ ਜਿਹੜਾ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਵੇਖਿਆ ਜਾ ਸਕਦਾ ਹੈ। ਸੋ ਧੰਨਵਾਦ ਦੇ ਪਾਤਰ ਹੋ ਅਧਿਆਪਕ ਸਾਥੀ ਮੇਰੇ, ਕਿਉਂਕਿ ਉਹ ਬੱਚਿਆਂ ਦੀ ਮਦਦ ਕਰਦੇ ਨੇ, ਕਰਦੇ ਰਹਿਣਗੇ। ਸੋ ਚਲੋ ਆਪਾਂ ਹੁਣ ਅੱਗੇ ਜਿਹੜਾ ਹੈ ਕੁਐਸਚਨ ਵੀ ਇੱਕ ਕੀਤਾ ਸੀ ਆਪਾਂ ਕਿ ਦੁੱਧ ਨੂੰ ਉਬਾਲਣਾ ਜਿਹੜਾ ਕਿਉਂ ਜ਼ਰੂਰੀ ਹੁੰਦਾ ਹੈ। ਆਪਾਂ ਇਹਦਾ ਉੱਤਰ ਵੀ ਦਿੱਤਾ ਸੀ ਕਿ ਦੁੱਧ ਨੂੰ ਉਬਾਲਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਵਿਚਲੇ ਜਿਹੜਾ ਬੈਕਟੀਰੀਆ ਹੈ ਅਤੇ ਕੀਟਾਣੂ ਹੈ ਉਸ ਨੂੰ ਮਾਰਨਾ ਜ਼ਰੂਰੀ ਹੈ, ਅਤੇ ਖਰਾਬ ਹੋਣ ਤੋਂ ਬਚਾਉਣ ਵਾਸਤੇ ਇਸ ਨੂੰ ਉਬਾਲਣਾ ਜ਼ਰੂਰੀ ਹੁੰਦਾ ਹੈ। ਠੀਕ ਹੈ। ਸੋ ਇਹਦਾ ਉੱਤਰ ਆਪਾਂ ਪਹਿਲਾਂ ਹੀ ਦੇ ਚੁੱਕੇ ਹਾਂ। ਜੇ ਤੁਸੀਂ ਹੁਣ ਦੁਬਾਰਾ ਉੱਤਰ ਲਿਖਣਾ ਚਾਹੁੰਦੇ ਹੋ, ਮੈਂ ਫਿਰ ਇੱਕ ਵਾਰੀ ਬੋਲ ਦਿੰਦਾ ਹਾਂ। ਇਸਦਾ ਉੱਤਰ ਹੈ ਦੁੱਧ ਨੂੰ ਉਬਾਲਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਦੁੱਧ ਵਿਚਲੇ ਜੀਵਾਣੂ ਅਤੇ ਕੀਟਾਣੂ ਖਤਮ ਹੋ ਜਾਂਦੇ ਹਨ ਅਤੇ ਦੁੱਧ ਕਾਫੀ ਦੇਰ ਤੱਕ ਖਰਾਬ ਨਹੀਂ ਹੁੰਦਾ। ਠੀਕ ਹੈ ਬੇਟਾ, ਇਹ ਪੇਜ ਨੰਬਰ 63 'ਤੇ ਹੈ ਕੁਐਸਚਨ, ਇਹ ਤੁਸੀਂ ਨੋਟ ਕਰ ਲਿਓ। ਅੱਗੇ ਪੇਜ ਨੰਬਰ 64 'ਤੇ ਚੱਲਦੇ ਹਾਂ ਬੇਟਾ। ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈ, ਤੁਸੀਂ ਕਿਹੜਾ ਮੁਰੱਬਾ ਖਾਧਾ ਹੈ। ਜਿਹੜਾ ਵੀ ਤੁਸੀਂ ਮੁਰੱਬਾ ਖਾਧਾ ਹੈ ਉਹਦਾ ਨਾਮ ਤੁਸੀਂ ਲਿਖ ਸਕਦੇ ਹੋ। ਉੱਤਰ ਮੈਂ ਤੁਹਾਨੂੰ ਲਿਖ ਦੇਣਾ, ਤੁਸੀਂ ਲਿਖ ਲਓ ਉੱਤਰ, ਔਰ ਜਿਹੜਾ ਮੁਰੱਬਾ ਤੁਸੀਂ ਖਾਧਾ ਉਹਦਾ ਨਾਮ ਲਿਖ ਕੇ ਉੱਤਰ ਲਿਖ ਸਕਦੇ ਹੋ। ਚਲੋ ਸਭ ਤੋਂ ਪਹਿਲਾਂ ਮੈਂ ਉੱਤਰ ਲਿਖਦਾ ਹਾਂ। ਮੈਂ ਸੇਬ ਅਤੇ ਗਾਜਰ ਦਾ ਮੁਰੱਬਾ ਖਾਧਾ ਹੈ। ਮੈਂ ਸੇਬ ਅਤੇ ਗਾਜਰ ਦਾ ਮੁਰੱਬਾ ਖਾਧਾ ਹੈ। ਤੁਸੀਂ ਔਲਿਆਂ ਦਾ ਵੀ ਖਾਧਾ ਹੋਏਗਾ, ਉਹ ਵੀ ਲਿਖ ਸਕਦੇ ਹੋ। ਠੀਕ ਹੈ। ਇਸ ਤੋਂ ਇਲਾਵਾ ਵਾਂਸ ਦਾ ਮੁਰੱਬਾ ਆਉਂਦਾ ਹੈ, ਉਹ ਵੀ ਲਿਖ ਸਕਦੇ ਹੋ। ਜਿਹੜਾ ਵੀ ਮੁਰੱਬਾ ਤੁਸੀਂ ਖਾਧਾ ਉਸ ਦੇ ਬਾਰੇ ਲਿਖ ਸਕਦੇ ਹੋ ਕਿ ਅਸੀਂ ਇਹ ਮੁਰੱਬਾ ਖਾਧਾ ਹੈ। ਇਸ ਤੋਂ ਅਗਲਾ ਪ੍ਰਸ਼ਨ ਦੇਖ ਲੈਂਦੇ ਬੱਚੇ, ਉਹ ਹੈ ਭੋਜਨ ਦੇ ਖਰਾਬ ਹੋਣ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ। ਸੋ ਇਹਦਾ ਉੱਤਰ ਕਰਾਂਗੇ। ਸਾਨੂੰ ਪਤਾ ਹੈ ਬੇਟਾ, ਅਸੀਂ ਪਾਠ ਪੜ੍ਹਿਆ ਹੈ ਕਿ ਭੋਜਨ ਜਦੋਂ ਖਰਾਬ ਹੁੰਦਾ ਹੈ ਤਾਂ ਦੋ ਤਰੀਕਿਆਂ ਨਾਲ ਸਾਨੂੰ ਪਤਾ ਲੱਗਦਾ ਹੈ। ਇੱਕ ਤਾਂ ਉਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਦੂਸਰਾ ਉਸ ਦਾ ਜਿਹੜਾ ਸਵਾਦ ਹੈ ਉਹ ਬਿਲਕੁਲ ਖਰਾਬ ਹੋ ਜਾਂਦਾ ਹੈ, ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਇਹ ਖਾਣਾ ਜਾਂ ਖਾਦ ਪਦਾਰਥ ਜਿਹੜਾ ਹੈ ਉਹ ਖਰਾਬ ਹੋ ਚੁੱਕਾ ਹੈ। ਸੋ ਚਲੋ ਇਸ ਦਾ ਉੱਤਰ ਕਰਦੇ ਹਾਂ।
मैं इत्थे अद्धा प्रश्न लिख रहा क्योंकि स्क्रीन थल्ले नहीं जाएगी, वो मिट जाएगा सारा। सो तुसी मैं बोलदा तुसी नाल लिख लवो। जिन्ना मैं लिखिया पहलां वो लिखो। खाना बदबूदार बदबूदार खाना बदबूदार ते बेस्वाद हो जाता है, जिस तो पता लगता है कि खाना खराब हो चुका है। खाना बदबूदार ते बेस्वाद हो जाता है, जिस तो पता लगता है कि खाना खराब हो चुका है। तुम वीडियो में पॉज करके बेटा दोवें क्वेश्चन लिख सकते हो, फिर अगे चलते हैं। अगला है बेटा, फ्रिज विच किहड़ा किहड़ा भोजन कुछ दिनों लई संभाल के रखा जा सकता है। सानू सारिਆਂ ਨੂੰ पता है दुध खाण वाली चीज़ां, आटा गुन के रख दिंदियां बीबियां है ना, साडी माता साडी मम्मी भैणां रख दिंदियां फ्रिज विच, वो भी रह सकदा। सब्जियां रह सकदियां, ठीक है। इस तो इलावा दुध दही मक्खण असी फ्रिज च रख सकते हैं, सुरक्षित रह सकता कुछ दिनों तक। सो इसदा उत्तर लिखते हैं कि फ्रिज विच दुध दही सब्जियां आदि कुछ दिन लई सुरक्षित रखियां जा सकदियां हन। चलो लिखते हैं इसनूं। फ्रिज विच दुध दही सब्जियां आदि संभाल के रखियां जा सकदियां हन। फ्रिज विच दुध दही सब्जियां आदि संभाल के रखियां जा सकदियां हन। वीडियो नूं पॉज करके इसदा आंसर लिख सकते हो बेटा। किरिया नंबर 3 है, बाज़ार विच मिलण वाले डब्बाबंद भोजन जां दवाइयां दे उपर तैयार करन अते वरतों करन दी मिति अते समय बारे जानकारी इकट्ठी करके लिखो। ये बेटा तुसीं किस तरह करना है, मैं तुहाडी थोड़ी मदद करदा हाँ। एक तुहानूं मैं भर के दसदा हाँ, उस तो बाद तुहानूं अपने आप ही आइडिया मिल जाएगा कि तुसीं किस तरह ये चार्ट सारा भर सकते हो। ये दो तीन गल्लां उन्होंने पूछिया ने, वो आपां नोट करते हैं। सब तो पहला की पूछा गया है देखते हैं। पहला पूछा ना तैयार कदों किया गया। तैयार का मतलब करने का मतलब होंदा कि वो तरीक पाई होंदी है। कोई भी तुसी चीज़ बाहरों लियाउंदे हो दवाई वगैरह, उत्ते लिखो शीशी के उपर लिखो, वेखो ध्यान नाल, जां कैप्सूल्स का पत्ता है टैबलेट्स का पत्ता है, वो लिखा होंदा है तैयार करने की मिति किहड़ी है। दूजा वरतों करन दी मिति, वरतों करन दी मिति किहड़ी है, जिहड़ी मिति नूं तैयार हुई है और जिहड़ी मिति नूं एक्सपायरी है। एक्सपायरी मीनस कि जदों दवाई खत्म हो जानी वो भी तरीक लिखी होंदी है, EXP लिखा होंदा है, उहदी तरीक पाई होंदी है। और जदों बनाई होंदी है वो लिखा होंदा, बच्चा ध्यान नाल नोट करो, ये बड़ा ही जरूरी है, बड़ा ही जानकारी भरपूर है। उत्ते लिखा होंदा MFG मैनूफैक्चरिंग डेट लिखी होंदी है, वह मतलब कदों बनाई गई है, तो एक्सपायरी EXP वो तरीक पाई होंदी है। दोवें तरीक पाई होंदियां। तुसीं कोई भी पत्ता चुक के वेखो टैबलेट्स का कैप्सूल्स का, कोई भी मैडिसिन अगर तुहाडे घर आउंदी है
वैसे तो रब करे कि मैਡੀਸਨ ਜਿਹੜੀ ਕਿਸੇ ਵੀ ਘਰ ਨਾ ਆਵੇ, अगर आउंदी है तो मोस्टली सानू पता ही है कि दवाइयाँ घर च आउंदियां ने, तो तुसीं देख सकते हो। ये बारे आप समा सारनी इकट्ठी करके लिखनी है। मान लो मेरे को एक टैबलेट्स का पत्ता है, ठीक है, उसका नाम है डोलो, जिहड़ी कि बुखार वास्ते जिहड़ी है वरतों की जाती है, DOLO। तुसीं बेटा दुध के पैकेट वेख सकते हो, लिख सकते हो, है ना, जरूरी नहीं है। कोई बाज़ारों बिस्कुट का पैकेट लियाउंदे हो, वो भी देख सकते हो। पर इन्हां खास तौर पर इत्थे दवाइयां बारे गल की है, तो आप दवाइयां बारे ही लिखांगे, ठीक है। उत्थे तुसीं वेख सकते हो, वक्-वक् वस्तुआं देख सकते हो, पर लिखना दवाइयां बारे ही है। कोई भी पत्ता चुको, उहदे बारे लिखो, वक्-वक् दवाइयां बारे। 3-4 पत्ते लै लो, कैप्सूल्स लै लो, शीशियां दवाइयां दियां सिरप आउंदे ने, वो लै लो, ठीक है। सो डब्बा बंद करन दी मिति जिहड़ी मैं तुहानूं दस्सी सी हुणे, मैन्युफैक्चरिंग डेट MFG लिखिया हुंदा है, ठीक है। वो डेट किहड़ी है, मान लो डेट हैगी है 2/8/20। मेरे को एक टैबलेट है डोलो, ਉਹਦੀ ਜਿਹੜੀ ਬਣਾਉਣ ਦੀ ਤਰੀਕ ਹੈ, ਉਸ ਨੂੰ ਤਿਆਰ ਕਰਨ ਦੀ ਜਿਹੜੀ ਮਿਤੀ ਹੈ ਉਹ 2/8/2020 ਹੈ, ਠੀਕ ਹੈ। ਔਰ ਵਰਤੋਂ ਕਰਨ ਦਾ ਸਮਾਂ ਆਪਾਂ ਕੱਢਾਂਗੇ, ਕਿਉਂਕਿ ਸਭ ਤੋਂ ਪਹਿਲਾਂ ਇਹਦੀ ਖਰਾਬ ਹੋਣ ਦੀ ਮਿਤੀ ਲਿਖਾਂਗੇ। ਖਰਾਬ ਹੋਣੀ ਹੈ 2 ਸਾਲ ਬਾਅਦ, ਸੋ ਇਹਦੀ ਮਿਤੀ ਖਰਾਬ ਹੋਣ ਦੀ ਹੈਗੀ ਹੈ 1/8/2021। सो ये वेखो हुण कितना समा सानू मिल गया, वरतों करन दा समा मिल गया 2 साल। सो इस तरह बेटा तुसीं भी कोई ना कोई टैबलेट्स, कैप्सूल्स जां सिरप दा शीशी चुको, बॉटल चुको, उहदे ते लिखी हुई है, ध्यान नाल पढ़ो, तो इसे नोट करो। इस तरह ये सारा चार्ट भरना है। 3 दवाइयां होर तुसीं लिखनियां, ठीक है। इसनों नोट कर लो, फिर अगे चलते हैं। अगे है, गौरव के पिता जी नूं विहड़े विच धुप्पे कणक खिलारदे हुए देखिया ते नाल ही पुछया, तुसीं इस तरह क्यों कर रहे हो पिता जी? बेटा, कणक वर्गे अनाज की सारा साल जरूरत पैंदी है, इसलिए अनाज नूं धुप विच चंगी तरह सुका के नमी दूर कर लेनी चाहिए है। फिर इसनूं शाम वेले ठंडा होण ते ड्रम विच पा देवांगे। नमी वाली कणक नूं ड्रम विच पाउण ते इस विच सुसरी पैदा हो जाती है, जो दाणिਆਂ नूं खा के अंदरों खोखला कर दिंदी है। सुक्की हुई कणक नूं चबाउण ते जदों कड़क की आवाज़ आवे, उदों ही इसनूं ड्रम विच पाउणा चाहीदा है। समय समय ड्रमां विचले अनाज दे सही होण दी जांच भी करनी चाहिदी है। हुण तुहाडे सामने धुप विच कणक पई है, ठीक है। और सुसरी दा रूप भी तुहानूं विखाया गया, सुसरी किस तरह की होंदी है। ये जो लग जाती है अंदर अंदर कणक नूं खा जाती, खोखला कर देंदी है। तो अनाज वास्ते ड्रम सारे घरां च हैगे आ, वो भी दिखाए गए हैं। इस तो अगे पढ़ते हैं। गौरव, मामा जी ने तो ड्रम विच कीटनाशक गोलियां भी पाईयां सन। वो ये भी कहते सन कि 3-4 महीनों तक कीटनाशक दवाई का असर खत्म होने ते ही कणक अते दालां नूं खाण लई वरतणगे। पिता जी, मूंगी, छोले, मां, मसर वर्गियां दालां ते अनाज नूं सुरੱਖਿਅਤ रखण लई ਜ਼ਹਿਰ ਦੀ ਵਰਤੋਂ करना बहुत खतरनाक है। ਇਹ ਜ਼ਹਿਰਾਂ ਦਾਲਾਂ ਵਿਚਲੀ ਪ੍ਰੋਟੀਨ ਨਾਲ ਜੁੜ ਜਾਂਦੀਆਂ ਹਨ। ਜਦੋਂ ਇਹ ਦਾਲਾਂ ਅਸੀਂ ਖਾਂਦੇ ਹਾਂ ਤਾਂ ਇਹ ਜ਼ਹਿਰਾਂ ਸਾਡੇ ਸਰੀਰ ਵਿੱਚ ਪਹੁੰਚ ਜਾਂਦੀਆਂ ਹਨ। ਇਸ ਲਈ ਇਹਨਾਂ ਦੀ ਵਰਤੋਂ ਨਾ ਕਰਕੇ ਕੁਦਰਤੀ ਢੰਗਾਂ ਨਾਲ ਹੀ ਦਾਲਾਂ ਅਤੇ ਅਨਾਜ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਮਾਚਿਸ ਦੀਆਂ ਡੱਬੀਆਂ ਅਤੇ
ਨਿੰਮ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹਾਂ। ਗੌਰਵ, ਪਾਪਾ ਅਸੀਂ ਇਹਨਾਂ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਆਪਣੀ ਸਿਹਤ ਦਾ ਨੁਕਸਾਨ ਕਰਦੇ ਹਾਂ। ਹੁਣ ਮੈਂ ਕਦੇ ਵੀ ਦੁਕਾਨਦਾਰ ਤੋਂ ਕੀਟਨਾਸ਼ਕ ਦੀ ਵਰਤੋਂ ਵਾਲਾ ਸਮਾਨ ਨਹੀਂ ਖਰੀਦਾਂਗਾ। ਪਾਪਾ ਜੀ, ਸਾਡੇ ਸਕੂਲ ਦੇ ਨਾਲ ਬਣੇ ਵੱਡੇ ਵੱਡੇ ਸ਼ੈੱਡਾਂ ਵਿੱਚ ਕੀ ਰੱਖਿਆ ਜਾਂਦਾ ਹੈ? ਪਿਤਾ ਜੀ, ਇਹਨਾਂ ਬੰਦ ਸ਼ੈੱਡਾਂ ਨੂੰ ਗੋਦਾਮ ਕਹਿੰਦੇ ਨੇ। ਇਹਨਾਂ ਵਿੱਚ ਸਰਕਾਰ ਦੁਆਰਾ ਕਿਸਾਨਾਂ ਤੋਂ ਵੱਡੀ ਮਾਤਰਾ ਵਿੱਚ ਅਨਾਜ ਖਰੀਦ ਕੇ ਰੱਖਿਆ ਜਾਂਦਾ ਹੈ, ਜਿੱਥੇ ਅਨਾਜ ਨੂੰ ਬੋਰੀਆਂ ਵਿੱਚ ਭਰ ਕੇ ਨਮੀ ਤੋਂ ਬਚਾਉਣ ਲਈ ਲੱਕੜ ਦੇ ਪਟੜਿਆਂ ਉੱਤੇ ਅਤੇ ਕੰਧਾਂ ਤੋਂ ਥੋੜ੍ਹਾ ਦੂਰ ਰੱਖਿਆ ਜਾਂਦਾ ਹੈ। ਚੂਹਿਆਂ ਅਤੇ ਹੋਰ ਕੀਟਾਂ ਤੋਂ ਅਨਾਜ ਨੂੰ ਬਚਾਉਣ ਲਈ ਚੂਹੇ ਮਾਰ ਗੋਲੀਆਂ ਅਤੇ ਧੂਣੀ ਵਾਲੀਆਂ ਜ਼ਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੁਹਾਡੇ ਲਾਗੇ ਗੋਦਾਮ ਅਗਰ ਕੋਈ ਹੋਏ ਤੁਸੀਂ ਵੇਖ ਸਕਦੇ ਹੋ, ਇਸ ਤਸਵੀਰ ਇਸ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ ਬੇਟਾ, ਇਸ ਤੋਂ ਅੱਗੇ ਚੱਲਦੇ ਹਾਂ। ਗੌਰਵ, ਮੇਰੇ ਦੋਸਤ ਦੇ ਪਿਤਾ ਜੀ ਆਲੂਆਂ ਅਤੇ ਫਲਾਂ ਨੂੰ ਕੋਲਡ ਸਟੋਰ ਵਿੱਚ ਰੱਖਦੇ ਹਨ। ਪਿਤਾ ਜੀ, ਹਾਂ ਬੇਟਾ, ਵੱਡੇ ਪੱਧਰ 'ਤੇ ਸਬਜ਼ੀਆਂ ਅਤੇ ਫਲਾਂ ਦੀ ਸਾਂਭ ਸੰਭਾਲ ਲਈ ਕੋਲਡ ਸਟੋਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰਕੇ ਦੁਆਬੇ ਵਿੱਚ ਆਲੂਆਂ ਦੀ ਫਸਲ ਨੂੰ ਇਹਨਾਂ ਕੋਲਡ ਸਟੋਰਾਂ ਵਿੱਚ ਹੀ ਰੱਖਿਆ ਜਾਂਦਾ ਹੈ। ਅੱਗੇ ਹੈ ਪਾਸਚਰਾਈਜੇਸ਼ਨ। ਹੁਣ ਪਾਸਚਰਾਈਜੇਸ਼ਨ ਕੀ ਹੁੰਦੀ ਹੈ ਬੇਟਾ? ਇਸ ਵਿਧੀ ਨਾਲ ਦੁੱਧ ਨੂੰ ਤਾਪਮਾਨ 'ਤੇ ਉੱਚ ਤਾਪਮਾਨ 'ਤੇ ਸਭ ਤੋਂ ਉੱਚੇ ਤਾਪਮਾਨ 'ਤੇ ਗਰਮ ਕਰਕੇ ਇੱਕਦਮ ਠੰਡਾ ਕਰਕੇ ਪੈਕਟਾਂ ਅਤੇ ਬੋਤਲਾਂ ਵਿੱਚ ਭਰ ਕੇ ਕਈ ਦਿਨਾਂ ਤੱਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਪੰਜਾਬ ਵਿੱਚ ਵੇਰਕਾ ਮਿਲਕ ਪਲਾਂਟ ਜੋ ਸਾਡੇ ਲਾਗੇ ਹੀ ਹੈ ਬੇਟਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਮੇਨ ਜਿਹੜਾ ਹੈ ਹੱਬ ਇਹੋ ਹੀ ਹੈ। ਵੱਡੇ ਪੱਧਰ 'ਤੇ ਦੁੱਧ ਨੂੰ ਇਸ ਵਿਧੀ ਨਾਲ ਪਾਸਚਰਾਈਜ਼ਡ ਕਰਕੇ ਵੇਚਦੇ ਹਨ। ਇੱਥੇ ਦੁੱਧ ਤੋਂ ਬਣੇ ਉਤਪਾਦ ਭਵਿੱਖ ਵਿੱਚ ਵਰਤਣ ਲਈ ਡੱਬਾਬੰਦ ਵੀ ਕੀਤੇ ਜਾਂਦੇ ਹਨ। ਲੰਮੇ ਸਫ਼ਰ ਜਾਂ ਯਾਤਰਾ ਦੌਰਾਨ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਹਵਾਬੰਦ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਲੋਕ ਖਾਣਾ ਗਰਮ ਰੱਖਣ ਵਾਲੇ ਡੱਬਿਆਂ ਜਾਂ ਟਿਫਨਾਂ ਦੀ ਵਰਤੋਂ ਕਰਦੇ ਹਨ। ਸੋ ਬੇਟਾ, ਇਹ ਸੀ ਤੁਹਾਡਾ ਪਾਠ ਜਿਹੜਾ ਅੱਜ ਅਸੀਂ ਪੜ੍ਹਿਆ। ਯਾਦ ਰੱਖਣ ਯੋਗ ਗੱਲਾਂ ਤੁਸੀਂ ਖੁਦ ਪੜ੍ਹਨੀਆਂ ਨੇ, ਕਿਹੜੀਆਂ ਨੇ। ਇੱਕ ਵਾਰੀ ਮੈਂ ਇਸ ਨੂੰ ਰਿਪੀਟ ਜ਼ਰੂਰ ਕਰਾਂਗਾ। ਸਾਨੂੰ ਕਦੇ ਵੀ ਖਰਾਬ ਭੋਜਨ ਨਹੀਂ ਖਾਣਾ ਚਾਹੀਦਾ, ਬਿਲਕੁਲ ਨਹੀਂ ਖਾਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਬੇਟਾ। ਖਰਾਬ ਭੋਜਨ ਦੀ ਪਹਿਚਾਣ ਦੇਖ ਕੇ, ਸੁੰਘ ਕੇ, ਛੂਹ ਕੇ ਕੀਤੀ ਜਾ ਸਕਦੀ ਹੈ। ਠੀਕ ਹੈ, ਭੋਜਨ ਨੂੰ ਸੁਰੱਖਿਅਤ ਰੱਖਣ ਦੇ ਵੱਖ-ਵੱਖ ਤਰੀਕਿਆਂ ਰਾਹੀਂ ਸੂਖਮ ਜੀਵਾਂ ਦੇ ਵਾਧੇ ਨੂੰ ਰੋਕ ਕੇ ਭੋਜਨ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਜਿਹੜਾ ਆਪਾਂ ਉੱਪਰ ਡਿਸਕਸ ਕੀਤਾ ਸਾਰਾ ਬੇਟਾ, ਉਸ ਦੀ ਗੱਲ ਹੋ ਰਹੀ ਹੈ। ਵੱਡੇ ਪੱਧਰ 'ਤੇ ਅਨਾਜਾਂ ਦੀ ਸਾਂਭ ਸੰਭਾਲ ਲਈ ਗੋਦਾਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਪਾਂ ਗੋਦਾਮਾਂ ਦੀ ਸ਼ਕਲ ਵੀ ਵੇਖੀ ਉੱਤੇ ਅਤੇ ਕਿਸ ਤਰ੍ਹਾਂ ਵਰਤੀ ਜਾਂਦੀ ਹੈ, ਕਿਸ ਤਰ੍ਹਾਂ ਇਹਦੀ ਵਰਤੋਂ ਹੁੰਦੀ ਹੈ। ਖਾਦ ਪਦਾਰਥਾਂ ਦੀ ਸਾਂਭ ਸੰਭਾਲ ਲਈ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਵੀ ਗੌਰਵ ਦੇ ਪਾਪਾ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਹਦੀ ਆਪਾਂ ਵਰਤੋਂ ਨਹੀਂ ਕਰਨੀ, ਮਾੜੀ ਹੁੰਦੀ ਹੈ। ਜ਼ਹਿਰਾਂ ਪ੍ਰੋਟੀਨ ਨਾਲ ਜੁੜ ਕੇ ਜਿਹੜਾ ਹੈ ਦਾਲ ਸਬਜ਼ੀਆਂ ਖਰਾਬ ਕਰ ਦਿੰਦੀਆਂ ਨੇ, ਅਨਾਜ ਖਰਾਬ ਕਰ ਦਿੰਦੀਆਂ ਨੇ। ਸੋ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸੋ ਬੇਟਾ, ਇਹ ਤੁਹਾਡਾ ਪਾਠ 'ਤੇ ਸਮਾਪਤ ਹੋ ਗਿਆ। ਇਸ ਦੀ ਅਭਿਆਸ ਆਪਾਂ ਅੱਗੇ ਸ਼ੁਰੂ ਕਰਾਂਗੇ। ਸੋ ਇਸ ਪਾਠ ਨੂੰ 5 ਤੋਂ 7 ਵਾਰ ਜ਼ਰੂਰ ਪੜ੍ਹੋ ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਸਮਝ ਲੱਗ ਸਕੇ। ਸਮਝ ਆਉਣ ਤੋਂ ਬਾਅਦ ਹੀ ਇਸ ਦੇ ਆਪਾਂ ਅਭਿਆਸ ਜਿਹੜੇ ਆ ਉਹ ਕਰਨ ਦੇ ਯੋਗ ਹੋਵਾਂਗੇ ਚੰਗੀ ਤਰ੍ਹਾਂ, ਜਦੋਂ ਸਾਨੂੰ ਇਹਦੀ ਸਮਝ ਜਿਹੜੀ ਆ ਉਹ ਲੱਗ ਜਾਏਗੀ। ਸੋ ਬੇਟਾ, ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ। ਅਗਲੀ ਵਾਰ ਫਿਰ ਆਪਾਂ ਹੁਣ ਅਭਿਆਸ ਨਾਲ ਜਿਹੜਾ ਤੁਹਾਨੂੰ ਮਿਲਾਂਗੇ। ਅਧਿਆਪਕ ਸਾਥੀਆਂ ਦਾ ਧੰਨਵਾਦ। ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਹਰ ਵਿਦਿਆਰਥੀ ਤੱਕ ਇਸ ਨੂੰ ਪਹੁੰਚ ਕਰ ਦਿਓ ਉਸਦੀ, ਤਾਂ ਕਿ ਹਰ ਵਿਦਿਆਰਥੀ ਇਸ ਤੋਂ ਕੰਮ ਕਰ ਸਕੇ, ਅਭਿਆਸ ਕਰ ਸਕੇ, ਦੁਹਰਾਈ ਕਰ ਸਕੇ ਅਤੇ ਪੋਸਟ ਦੀ ਤਿਆਰੀ ਵੀ ਕਰ ਸਕੇ। ਸੋ ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।